ਤੇ ਇੱਕ ਮਤਲਬ ਕਿ ਲੜਕੀ ਸੀ ਜਲੰਧਰ ਤੋਂ, ਉਹਨੇ ਮੈਨੂੰ ਵੈਸੇ ਹੀ ਕਿਹਾ ਕਿ ਇੱਕ ਵਾਰੀ ਟੈਸਟ ਕਰ, ਸਾਰੀ ਥਕਾਵਟ ਦੂਰ ਹੋ ਜਾਂਦੀ, ਸਾਰੀ ਟੈਨਸ਼ਨ ਦੂਰ ਹੋ ਜਾਣੀ। ਇੱਕ ਦੋ ਲਾਈਨ ਉਹਦੇ ਨਾਲ ਮਤਲਬ ਕਿ ਮੈਂ ਹੀਰੋਇਨ ਦੀ ਲੈ ਲਈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਤੇ ਕੁੜੀਆਂ ਵੀ ਇਸ ਦੀ ਚਪੇਟ ਵਿੱਚ ਆ ਰਹੀਆਂ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ, ਜਿੱਥੇ ਕਿ ਇੱਕ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਦੀ ਡਾਂਸਰ ਨੇ ਕੁਝ ਹੈਰਾਨੀਜਨਕ ਖੁਲਾਸੇ ਕੀਤੇ ਨੇ। ਉਸਨੇ ਦੱਸਿਆ ਕਿ ਡਾਂਸ ਗਰੁੱਪ ਦੇ ਮੈਂਬਰ ਨਸ਼ਾ ਕਰਦੇ ਨੇ ਤੇ ਉਹਨਾਂ ਨੇ ਉਸ ਨੂੰ ਵੀ ਇਹ ਲੱਤ ਲਗਾ ਦਿੱਤੀ। ਡਾਂਸਰ ਦਾ ਕਹਿਣਾ ਹੈ ਕਿ ਉਹ 2 ਸਾਲਾਂ ਵਿੱਚ 5 ਲੱਖ ਦਾ ਨਸ਼ਾ ਕਰ ਚੁੱਕੀ ਹੈ। ਹੋਰ ਕੀ ਕੁਝ ਕਿਹਾ ਡਾਂਸਰ ਨੇ, ਖੁਦ ਹੀ ਸੁਣੋ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਕਾਰਨ ਤੇ ਬਹੁਤ ਵੱਡਾ ਸੀ। ਕਹਾਣੀ ਸਟਾਰਟਿੰਗ ਤੋਂ ਇਸ ਤਰ੍ਹਾਂ ਹੈ ਕਿ ਮੈਂ JNK ਤੋਂ ਬਿਲੋਂਗ ਕਰਦੀ ਹਾਂ ਤੇ ਮੇਰੀ ਮੈਰਿਜ ਗੁਰਦਾਸਪੁਰ ਵਿੱਚ ਹੋਈ ਸੀਗੀ 2005 ਤੇ ਉਸ ਤੋਂ ਬਾਅਦ 5 ਸਾਲ ਬਾਅਦ ਮੇਰੇ ਹਸਬੈਂਡ ਨਾਲ ਕਿਸੇ ਕਾਰਨ ਡਿਵੋਰਸ ਹੋ ਗਿਆ। 2 ਬੇਟੇ ਸੀ ਮੇਰੇ ਬੇਟੇ ਮੇਰੇ ਹਸਬੈਂਡ ਦੇ ਕੋਲ ਨੇ ਤੇ ਮੈਂ ਇੱਕਦਮ ਅਕੇਲੀ ਹੋ ਗਈ ਸੀ ਤੇ ਕਾਫੀ ਇੰਪਰੈਸ਼ਨ 'ਚ ਰਹਿਣ ਲੱਗੀ। ਤੇ ਉਸ ਤੋਂ ਬਾਅਦ ਮੇਰੇ ਕੋਲ ਕੋਈ ਸੋਰਸ ਨਹੀਂ ਗਾ, ਮਨੀ ਵਾਸਤੇ ਕੋਈ ਸੋਰਸ ਨਹੀਂ ਸੀ ਤੇ ਨਾ ਹੀ ਮੈਂ ਆਪਣੇ ਮਾਂ ਪਿਓ ਕੋਲ ਇੰਨੀ ਦੂਰ ਜਾ ਕੇ ਰਹਿ ਸਕਦੀ ਸੀ। ਤੇ ਫਿਰ ਮੈਂ ਉਸ ਤੋਂ ਬਾਅਦ ਸੱਭਿਆਚਾਰ ਦੇ ਕੰਮ 'ਚ ਪੈ ਗਈ। ਸੱਭਿਆਚਾਰ 'ਚ ਪੈਣ ਕਰਕੇ ਮਤਲਬ ਕਿ ਮੇਰੀ ਕਾਫੀ ਦੂਰ ਤੱਕ ਮੈਂ ਕੰਮ ਲਗਾਉਣ ਵਾਸਤੇ ਜਾਂਦੀ ਰਹੀ ਹਾਂ ਤੇ ਕਾਫੀ ਕੁੜੀਆਂ ਮੁੰਡੇ ਕਾਫੀ ਅਲੱਗ-ਅਲੱਗ ਸਿਟੀ ਤੋਂ ਜਿਹੜੇ ਮਤਲਬ ਕਿ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਹਰ ਕੋਈ ਅਲੱਗ-ਅਲੱਗ ਸੋਚਦਾ ਸੀ। ਕੋਈ ਡਰਿੰਕ ਕਰਦਾ ਸੀ, ਕੋਈ ਡਰੱਗਸ ਲੈਂਦਾ ਸੀ, ਕੋਈ ਹੀਰੋਇਨ ਲੈਂਦਾ, ਕੋਈ ਕੁਛ ਲੈਂਦਾ। ਤੇ ਸਰ ਇਸ ਤਰ੍ਹਾਂ ਮਤਲਬ ਕਿ ਸਾਡਾ ਕੰਮ ਇਸ ਤਰ੍ਹਾਂ ਕਿ ਸਵੇਰੇ 11 ਵਜੇ ਸਟੇਜ 'ਤੇ ਚੜ੍ਹਨਾ, ਸ਼ਾਮੀ 5 ਵਜੇ ਤੱਕ ਸਟੇਜ 'ਤੇ ਰਹਿਣਾ। ਉਸ ਕਾਰਨ ਇਨਸਾਨ ਕਾਫੀ ਥਕਾਵਟ ਹੀ ਮਹਿਸੂਸ ਕਰਦਾ। ਤੇ ਇੱਕ ਮਤਲਬ ਕਿ ਲੜਕੀ ਸੀ ਜਲੰਧਰ ਤੋਂ, ਉਹਨੇ ਮੈਨੂੰ ਵੈਸੇ ਹੀ ਕਿਹਾ ਕਿ ਇੱਕ ਵਾਰੀ ਟੈਸਟ ਕਰ, ਸਾਰੀ ਥਕਾਵਟ ਦੂਰ ਹੋ ਜਾਂਦੀ, ਸਾਰੀ ਟੈਨਸ਼ਨ ਦੂਰ ਹੋ ਜਾਣੀ, ਬਿਲਕੁਲ ਇੱਕਦਮ ਇਨਸਾਨ ਠੀਕ ਹੋ ਜਾਂਦਾ। ਤੇ ਮੈਂ ਉਸ ਦੇ ਕਹਿਣੇ ਉੱਤੇ ਪਹਿਲੇ ਤਾਂ ਮੈਂ ਇਗਨੋਰ ਕੀਤਾ 1-2 ਵਾਰ, ਪਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਲਗਾ ਕੇ ਦੇ ਹੀ ਲੈਂਦੇ ਕੀ ਹੋ ਜਾਂਦਾ। ਤੇ ਮੈਂ ਲਗਾਈ 1-2 ਲਾਈਨ ਉਹਦੇ ਨਾਲ ਮਤਲਬ ਕਿ ਮੈਂ ਹੀਰੋਇਨ ਦੀ ਲੈ ਲਈ। ਉਸ ਤੋਂ ਬਾਅਦ ਮਤਲਬ ਕਿ ਰੂਟੀਨ ਨਾਲ 2-4 ਦਿਨ ਲਗਾਤਾਰ ਮੈਂ ਉਹਦੇ ਨਾਲ ਲਗਾਇਆ। ਤੇ ਉਸ ਤੋਂ ਬਾਅਦ ਉਹ ਗੱਲ ਆ ਗਈ ਪੈਸਿਆਂ 'ਤੇ ਕਿ ਪੈਸੇ ਦਿਓ ਅਤੇ ਸਮਾਨ ਲਓ। ਤੇ ਸਰ ਕਾਫੀ ਪੈਸਾ ਮਤਲਬ ਕਿ ਜਿੰਨਾ ਵੀ ਮੇਰੇ ਕੋਲ ਹੈਗਾ ਸੀ, ਜਿੰਨਾ ਕੁ ਮੈਂ ਕਮਾਉਂਦੀ ਸੀ, ਸਾਰਾ ਮੈਂ ਮਤਲਬ ਕਿ ਡਰੱਗਸ 'ਤੇ ਹੀ ਖਰਚ ਕਰ ਦਿੰਦੀ। ਕਿੰਨਾ ਪੈਸਾ ਤੁਸੀਂ ਡਰੱਗਸ ਦੇ ਉੱਤੇ ਲਗਾਇਆ? ਘੱਟੋ ਘੱਟ ਵੀ 4-5 ਲੱਖ ਰੁਪਇਆ ਮੈਂ 2 ਸਾਲ ਦੇ ਅੰਦਰ ਉਚਾਰਦਾ ਡਰੱਗਸ ਦੇ ਵਿੱਚ। ਆਪਣੀ ਮਤਲਬ ਕਿ ਮੈਂ ਇੱਕ ਬੇਟੀ ਅਡੋਪਟ ਕੀਤੀ ਸੀ, ਯਾਨੀ ਕਿ ਮੇਰੇ ਕੋਲ ਉਹਦੇ ਵਾਸਤੇ ਵੀ ਟਾਈਮ ਨਹੀਂ ਸੀ। ਮੈਨੂੰ ਬਸ ਇੱਕੋ ਹੀ ਚੀਜ਼ ਚਾਹੀਦੀ ਸੀ ਕਿ ਮੈਨੂੰ ਕਿਸੇ ਜਗ੍ਹਾ ਤੋਂ ਹੀਰੋਇਨ ਮਿਲ ਜਾਏ, ਮੈਂ ਉਹ ਲਗਾਵਾਂ ਅਤੇ ਆਪਣੇ ਕਮਰੇ 'ਚ ਸੋ ਜਾਵਾਂ। ਬਸ ਕੰਮ 'ਤੇ ਜਾਣਾ, ਸਮਾਨ ਹੋਏਗਾ ਅਤੇ ਮੈਂ ਕੰਮ 'ਤੇ ਜਾਵਾਂਗੀ, ਸਮਾਨ ਨਹੀਂ ਹੋਏਗਾ ਅਤੇ ਕੰਮ 'ਤੇ ਨਹੀਂ ਜਾਇਆ ਜਾਂਦਾ ਕਿ ਸਰੀਰ ਇੰਨਾ ਕੁ ਅਧੀਨ ਹੋ ਜਾਂਦਾ। ਪਰ ਮਤਲਬ ਕਿ ਉਸ ਵਕਤ ਫੀਲਿੰਗ ਇੱਦਾਂ ਦੀ ਆਉਂਦੀ ਹੈ ਕਿ ਬਸ ਮੈਂ ਨਸ਼ਾ ਕਰਾਂ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਅਤੇ ਸੁੱਤੀ ਰਹਾਂ। ਆਪਣੇ ਬੱਚੇ ਤੱਕ ਨੂੰ ਇਨਸਾਨ ਭੁੱਲ ਜਾਂਦਾ ਇਸ ਨਸ਼ੇ 'ਚ ਪੈ ਕੇ। ਅਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਸਕਦੇ। ਮੇਰੀ 8 ਸਾਲ ਦੀ ਬੱਚੀ ਹੈ, ਉਹ ਮੈਨੂੰ ਸਮਝਾਉਂਦੀ ਰਹੀ ਹੈ ਕਿ ਮੰਮਾ ਇਹ ਨਾ ਕਰੋ, ਗਲਤ ਕੰਮ ਹੈ, ਛੋੜੋ ਇਹਨੂੰ, ਇਹ ਕੰਮ ਨਾ ਕਰੋ। ਪਰ ਉਹ ਇੱਕ ਬੱਚੀ ਮੈਨੂੰ ਸਮਝਾਉਂਦੀ, ਪਰ ਮੈਂ ਇੰਨੀ ਕੁ ਅਧੀਨ ਹੋ ਚੁੱਕੀ ਸੀ ਕਿ ਮੇਰੇ ਕੋਲ ਛੱਡਿਆ ਨਹੀਂ ਜਾ ਰਿਹਾ ਸੀ। ਅਤੇ ਇਸ ਹੁਣ ਲੋਕਡਾਊਨ ਕਰਕੇ ਮਤਲਬ ਕਿ ਮਿਲਣਾ ਮੁਸ਼ਕਿਲ ਹੋ ਗਿਆ ਅਤੇ ਤੋੜ ਝੱਲੀ ਨਹੀਂ ਜਾ ਰਹੀ ਸੀ। ਅਤੇ 1-2 ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਰੈੱਡ ਕਰਾਸ, ਮੈਂ ਥੋੜ੍ਹਾ ਡਰਦੀ ਸੀ ਕਿ ਰੈੱਡ ਕਰਾਸ 'ਚ ਪਤਾ ਨਹੀਂ ਕੀ ਹੁੰਦਾ ਹੈ, ਕਿ ਪਤਾ ਨਹੀਂ ਇਲਾਜ ਹੋਏਗਾ ਜਾਂ ਮੈਨੂੰ ਉੱਥੇ ਤੋੜਾਂ ਵੱਜਣਗੀਆਂ ਜਾਂ ਕੀ ਹੋਏਗਾ। ਪਰ ਇਹ ਮੇਰੀ ਸਾਰੀ ਸੋਚ ਗਲਤ ਨਿਕਲੀ। ਮੈਂ ਖੁਦ ਡਿਸਾਈਡ ਕਰਕੇ ਅਤੇ ਮੈਂ ਖੁਦ ਹੀ ਹਸਪੀਟਲ ਆਈ। ਅਤੇ ਜਿਹੜੀ ਨਹੀਂ ਸਰ, ਕੋਈ ਟਾਈਮ 'ਤੇ ਕੋਈ ਸਾਥ ਨਹੀਂ ਦਿੰਦਾ। ਮਤਲਬ ਕਿ ਹਰ ਇੱਕ ਇਨਸਾਨ ਦੇ ਹੁੰਦੇ ਕਿ ਲਿਆ ਪੈਸੇ ਲਿਆ ਅਤੇ ਅਸੀਂ ਤੇਰਾ ਸਾਥ ਦੇ ਦਿੰਦੇ ਹਾਂ, ਬਿਨਾਂ ਪੈਸੇ ਤੋਂ ਕੋਈ ਕਿਸੇ ਦਾ ਸਾਥ ਨਹੀਂ ਦੇਣਾ। ਤੁਹਾਨੂੰ ਕੀ ਮਹਿਸੂਸ ਹੋਇਆ ਅੱਜ ਕਿ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ? ਮਤਲਬ ਕਿ ਜਦੋਂ ਨਹੀਂ ਮਿਲਿਆ, ਮੈਂ ਕਹਿੰਦੀ ਹਾਂ ਕਿ ਇਸ ਲੋਕਡਾਊਨ ਨੇ ਮੇਰੀ ਜ਼ਿੰਦਗੀ ਥੋੜ੍ਹੀ ਆਈ ਵਾਂਟ ਟੂ ਚੇਂਜ ਮਾਈ ਲਾਈਫ ਕਰਨਾ ਚਾਹੁੰਦੀ ਹਾਂ। ਮੈਨੂੰ ਹੁਣ ਪਤਾ ਚੱਲਿਆ ਕਿ ਮੇਰੀ ਜ਼ਿੰਦਗੀ ਦਾ ਕੀ ਮੁੱਲ ਹੈ। ਅਤੇ ਮੇਰੀ ਜ਼ਿੰਦਗੀ ਜੇ ਤਾਂ ਮੈਂ ਇਸ ਤਰ੍ਹਾਂ ਨਸ਼ੇ 'ਚ ਲੱਗੀ ਰਹਿੰਦੀ ਤਾਂ ਹੋਰ 2 ਸਾਲ ਜੀ ਲੈਣਾ ਸੀ, ਮੇਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਣੀ। ਫਿਰ ਹੁਣ ਮੈਂ ਆਪਣੇ ਬੱਚਿਆਂ ਦੇ ਬਾਰੇ 'ਚ ਸੋਚਿਆ, ਮੈਂ ਇੱਥੇ ਆ ਕੇ ਦਾਖਲ ਹੋਈ ਹਾਂ। ਇੱਥੇ ਕੋਈ ਵੀ ਅਸੀਂ ਮਤਲਬ ਕਿ ਤੋੜ ਵਗੈਰਾ ਨਹੀਂ ਵੱਜਣ ਦਿੰਦੇ, ਮੈਡੀਸਨ ਦਿੰਦੇ ਆ। ਹੁਣ ਮੈਂ ਇਸ ਵਕਤ ਮੈਨੂੰ 9 ਦਿਨ ਹੋ ਚੁੱਕੇ ਆ ਅਤੇ ਮੈਂ ਇੱਕਦਮ ਠੀਕ ਹਾਂ, ਬਿਲਕੁਲ ਠੀਕ ਹਾਂ।
ਜਿਮ ਵੀ ਕਰਦੀ ਹਾਂ ਮੈਂ, ਬੁੱਕਸ ਵੀ ਪੜ੍ਹਦੀ ਹਾਂ। ਮਤਲਬ ਕਿ ਹਰ ਚੀਜ਼ 'ਚ ਮੇਰਾ ਇੰਟਰਸਟ ਵਧਣ ਦਿਆ ਕਿ ਜਿਸ ਤਰ੍ਹਾਂ ਕਿ ਪਹਿਲੇ ਮੈਂ ਇਗਨੋਰ ਕਰਦੀ ਸੀ ਕਿ ਨਹੀਂ ਬਸ ਇਹ ਕੁਝ ਨਹੀਂ ਚਾਹੀਦਾ ਮੈਨੂੰ, ਬਸ ਉਹੀ ਸਮਾਨ ਹੀ ਚਾਹੀਦਾ, ਤੇ ਹੁਣ ਮਤਲਬ ਕਿ ਮੈਨੂੰ ਲੱਗਣ ਦਾ ਕਿ ਮੇਰੀ ਲਾਈਫ ਚੇਂਜ ਹੋਏ ਕਰਦੀ ਹੈ। ਸੋ 100 ਤੋਂ 70% ਕੁੜੀਆਂ ਇੱਦਾਂ ਦੀਆਂ ਜਿਹੜੀਆਂ ਕਿ ਨਸ਼ਾ ਕਰਦੀਆਂ, 50% ਕੁੜੀਆਂ ਇਸ ਤਰ੍ਹਾਂ ਜਿਹੜੀ ਇੰਜੈਕਟ ਕਰਦੀਆਂ, ਤੇ ਬਾਕੀ ਮਤਲਬ ਕਿ ਫੋਇਲ ਤੇ ਵੀ ਕਰਦੀਆਂ ਤੇ ਕਰਦੀਆਂ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਡਰੱਗਸ ਦਾ ਪਤਾ ਹੋਏਗਾ। ਜਾਂ ਮੈਂ ਸਰ ਇਹੀ ਕਹਿਣਾ ਚਾਹਾਂਗੀ ਕਿ ਨਸ਼ਾ ਕਰਨਾ, ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਇਹ ਇਨਸਾਨ ਨਸ਼ਾ ਕਰਦਾ ਹੈ, ਉਹਦੀ ਕਿੰਨੀ ਇਨਸਲਟ ਹੁੰਦੀ ਆ, ਬੇਇੱਜ਼ਤੀ ਹੁੰਦੀ ਆ। ਤੇ ਜਦੋਂ ਇਨਸਾਨ ਮਤਲਬ ਕਹਿੰਦੇ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਜੇ ਅਗਰ ਅਸੀਂ ਨਸ਼ੇ ਨੂੰ ਤੋਬਾ ਕਰ ਲੈਂਦੇ ਹਾਂ, ਜੇ ਅਸੀਂ ਨਸ਼ੇ ਨੂੰ ਤੋਬਾ ਕਰ ਲੈਂਦੇ ਹਾਂ, ਇਹ ਬਹੁਤ ਹੀ ਵੱਡੀ ਗੱਲ ਹੈ। ਆਪਣਾ ਹੀ ਫਾਇਦਾ, ਆਪਣੀ ਲਾਈਫ ਦੇ ਬਾਰੇ 'ਚ ਸੋਚੋ, ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਦੇ ਨੌਜਵਾਨਾਂ ਨੂੰ ਤਾਂ ਖੋਖਲਾ ਕੀਤਾ ਹੀ ਹੈ, ਪਰ ਇਸ ਤੋਂ ਇਲਾਵਾ ਲੜਕੀਆਂ ਵੀ ਇਸ ਤੋਂ ਪਿੱਛੇ ਨਹੀਂ ਹਨ। ਇਹਦਾ ਸਬੂਤ ਹੈ ਅੱਜ ਮੇਰੇ ਕੋਲ ਬੈਠੀ ਲਾਗੇ ਡਾਂਸਰ, ਜਿਹੜੀ ਕਿ ਨਸ਼ੇ ਕਰਕੇ ਇਹਨੂੰ ਆਪਣਾ ਸਭ ਕੁਝ ਬਰਬਾਦ ਕੀਤਾ। ਇਹਨੂੰ ਸਿਰਫ ਨਸ਼ਾ ਹੀ ਸਭ ਕੁਝ ਲੱਭਦਾ ਸੀਗਾ, ਕੋਈ ਪਰਿਵਾਰ ਨਹੀਂ, ਕੋਈ ਬੱਚੇ ਨਹੀਂ, ਕੋਈ ਸਿਹਤ ਨਹੀਂ। ਇਹਨੂੰ ਸਿਰਫ ਨਸ਼ੇ ਕਰਕੇ ਜਿੰਨਾ ਵੀ ਇਹਨੇ ਕਮਾਇਆ 2-2.5 ਰੁਪਏ ਰੋਜ਼ ਦਾ ਕਮਾਉਂਦੀ ਸੀਗੀ, ਜਿਹੜਾ ਕਿ ਇਹਨੇ ਨਸ਼ੇ ਵਿੱਚ ਉਜਾੜ ਦਿੱਤਾ ਹੈ। ਇੱਕ ਹੈਰਾਨੀਯੋਗ ਗੱਲ ਜੋ ਇਹ ਦੱਸ ਰਹੀ ਹੈ ਉਹ ਇਹ ਹੈ ਕਿ ਇਹਦੀ ਆਪਣੀ ਸਹੇਲੀ ਜਿਹੜੀ ਕਿ ਡਾਂਸਰ ਸੀਗੀ, ਉਹਨੇ ਆਪਣੇ 5 ਦਿਨਾਂ ਦੀ ਕੁੜੀ ਇੱਕ ਗੁਆਂਢਣ ਕੋਲ 5000 ਵਿੱਚ ਵੇਚ ਦਿੱਤੀ, ਸਿਰਫ ਨਸ਼ਾ ਪੂਰਤੀ ਲਈ। ਇਸ ਤੋਂ ਗਿਰੀ ਹੋਈ ਕਾਨੂੰਨੀ ਘਟਨਾ ਕੋਈ ਨਹੀਂ ਹੋ ਸਕਦੀ ਜਿਹੜੀ ਕਿ ਇਹਦੀ ਸਹੇਲੀ ਨੇ ਕੀਤੀ ਹੈ। ਇੱਕ ਮਾਨਵਤਾ 'ਤੇ ਕਲੰਕ ਲਾਇਆ ਹੈ ਉਹਨਾਂ ਸਿਰਫ ਨਸ਼ੇ ਦੇ ਕਾਰਨ। ਇਹ ਲੜਕੀ ਨੇ ਕਾਫੀ ਅਪੀਲ ਕੀਤੀ ਹੈ ਵੂਮਨ ਡਾਂਸਰਸ ਜਿਹੜੀਆਂ ਪ੍ਰੋਫੈਸ਼ਨਲ ਨਸ਼ੇ 'ਚ ਪਈਆਂ ਨੇ ਕਿ ਉਹ ਨਸ਼ਾ ਛੱਡਣ ਅਤੇ ਅੱਛੀ ਜ਼ਿੰਦਗੀ ਬਤੀਤ ਕਰਨ। ਉਹਨਾਂ ਉਹ ਵੀ ਕਿਹਾ ਹੈ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਸਭ ਤੋਂ ਵਧੀਆ ਸਫਲ ਇਲਾਜ ਕਰਨ ਵਾਸਤੇ ਮਸ਼ਹੂਰ ਹੈ, ਅਤੇ ਇੱਥੇ ਆ ਕੇ ਆਪਣਾ ਲੜਕੀਆਂ ਨਸ਼ਾ ਛੱਡ ਸਕਦੀਆਂ ਹਨ। ਇਹਦੀ ਇੰਟਰਵਿਊ ਦੇਣ ਤੋਂ ਬਾਅਦ ਮੇਰੇ ਖਿਆਲ ਘੱਟੋ ਘੱਟ 10 ਲੜਕੀਆਂ ਦਾ ਮੈਨੂੰ ਟੈਲੀਫੋਨ ਆਇਆ ਹੈ ਕਿ ਉਹ ਆਪਣੇ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਹਨ, ਅਤੇ ਉਹ ਜ਼ਰੂਰ ਇੱਥੇ ਦਾਖਲ ਹੋਣਗੀਆਂ। ਸਾਨੂੰ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਜਾਏ। ਮੇਰੇ ਤੋਂ ਇਸ ਤੋਂ ਪਹਿਲਾਂ ਵੀ 67 ਲੜਕੀਆਂ ਜਿਹੜੀਆਂ ਕਿ ਨਸ਼ੇ ਦੇ ਦਲਦਲ ਵਿੱਚ ਫਸੀਆਂ ਸਨ, ਇੱਥੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਤੋਂ ਮੁਕਤ ਹੋ ਕੇ ਗਈਆਂ ਹਨ, ਅਤੇ ਉਹਨਾਂ ਵਿੱਚੋਂ ਇੱਕ ਖਾਸ ਐਗਜ਼ੈਂਪਲ ਇਸ ਲੜਕੀ ਦੀ ਹੈ।